तेरे कवण कवण गुण कह कह गावां, तू सैब गुणी निदाना। तेरी महिमा वर्णन न साकूं, तू ठाकर ऊच भगवाना। हऊँ आया दूरों चल कै, मैं तकी तो शरनाई जियो। मैं आशा रखी चित मैं, मेरा सबो दुख गवाई जियो। तू ठाकर तुम पैरदास, जियो पिंड सब तेरी रास। तुम मात पिता हम बारिक तेरे, तुमरी कृपा में सुख कनेरे। कोई न जाने तुमरा अंत, ऊंचे ते ऊंचा भगवंत। सगल समगरी तुमरे सूत्र धारी, तुम ते होई सो आज्ञाकारी। तुमरी गत मिद तुम ही जानी, नानक दास सदा कुर्बानी। तुमरी गत मित तुम ही जानी, नानक दास सदा कुर्बानी। वाहिगुरु जी का खालसा वाहिगुरु जी की फतेह। गुरु प्यारी गुरु सवारी साजी नवाजी साध संगत जी, ਅੱਜ ਆਪਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰੇ ਹੋਏ ਸ਼ਬਦ ਜੋ ਸੋਰਠ ਰਾਗ ਦੇ ਵਿੱਚ ਹੈ ਔਰ 613 ਅੰਗ 'ਤੇ ਜਿਹੜਾ ਵਾ ਇਹ ਸ਼ਬਦ ਸੁਭਾਇਮਾਨ ਹੈ। ਔਰ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਕੀ ਫਰਮਾਇਆ, ਕੀ ਉਪਦੇਸ਼ ਦਿੱਤਾ, ਇਸ ਦੇ ਸੰਬੰਧੀ ਆਪਾਂ ਆਪਣੀ ਨਿਮਾਣੀ ਜੀ ਬੁੱਧ ਦੇ ਨਾਲ ਵਿਚਾਰਾਂ ਜਿਹੜੀਆਂ ਉਹ ਕਰਾਂਗੇ। ਕਿਉਂਕਿ ਜਿਹੜੇ ਗੁਰ ਸ਼ਬਦ ਨੇ ਜਾਂ ਗੁਰਬਾਣੀ ਆ, ਇਹ ਸਾਡੇ ਜੀਵਨ ਦੇ ਵਿੱਚ ਅਤੀ ਜ਼ਰੂਰੀ ਹੈ। ਔਰ ਗੁਰਬਾਣੀ ਦੇ ਨਾਲ ਸਾਡੇ ਮਨ ਦੀ ਮੈਲ, ਸਾਡੇ ਮਨ ਦੀਆਂ ਚਿੰਤਾਵਾਂ, ਟੈਨਸ਼ਨਾਂ ਜਿੰਨੀਆਂ ਸਾਡੇ ਦਿਮਾਗੀ ਆ, ਪਰੇਸ਼ਾਨੀਆਂ ਜਿਹੜੀਆਂ ਵਾ, ਇਹ ਸਾਰੀਆਂ ਜਿਹੜੀਆਂ ਇਹਨੂੰ ਪੜ੍ਹਨ ਨਾਲ, ਸੁਣਨ ਨਾਲ, ਸਮਝਣ ਦੇ ਨਾਲ, ਵਿਚਾਰਨ ਦੇ ਨਾਲ ਦੂਰ ਹੁੰਦੀਆਂ। ਸੋ ਗੁਰਬਾਣੀ ਨੂੰ ਜਿਹੜਾ ਵਾ ਇੱਕ ਦਵਾਈ ਆ। ਗੁਰੂ ਸਾਹਿਬਾਨ ਨੇ ਫਰਮਾਇਆ ਸਰਬ ਰੋਗ ਕਾ ਔਖਦ ਨਾਮ, ਕਿ ਸਾਰੇ ਜਿਹੜੇ ਰੋਗਾਂ ਦਾ ਜਿਹੜਾ ਦਾਰੂ ਆ ਉਹ ਨਾਮ ਆ। ਕਹਿਣ ਤੋਂ ਭਾਵ ਕਿ ਸਾਰੇ ਜਿਹੜੇ ਦੁੱਖ ਆ, ਚਿੰਤਾਵਾਂ ਨੇ, ਪਰੇਸ਼ਾਨੀਆਂ ਨੇ, ਸਮੱਸਿਆਵਾਂ ਨੇ, ਉਹਨਾਂ ਦਾ ਹੱਲ ਜਿਹੜਾ ਬਾਣੀ ਦੇ ਵਿੱਚ ਹੈ। ਸੋ ਬਾਣੀ ਜਿਹੜੀ ਆ ਇਹ ਦੁੱਖਾਂ ਨੂੰ ਦੂਰ ਕਰਦੀ ਆ। ਇਸ ਕਰਕੇ ਗੁਰਬਾਣੀ ਨੂੰ ਜਿਹੜਾ ਵਾ ਪੜ੍ਹਨਾ, ਵਿਚਾਰਨਾ ਔਰ ਇਹਦੇ ਨਾਲੋਂ ਵੀ ਜ਼ਰੂਰੀ ਆ ਸਮਝਣਾ ਔਰ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਨਾ, ਅਪਣਾਉਣਾ ਵਾ। ਜੇਕਰ ਅਸੀਂ ਸਹੀ ਇਹ ਤੋਂ ਫਾਇਦਾ ਲੈਣਾ ਵਾ ਤੇ ਫਿਰ ਇਹਨੂੰ ਵਿਚਾਰਨਾ ਔਰ ਇਹਦੇ ਮੁਤਾਬਕ ਆਪਣਾ ਜਿਹੜਾ ਵਾ ਜੀਵਨ ਜਿਉਣਾ ਵਾ ਔਰ ਗੁਰਸਿੱਖ ਬਣਨਾ ਵਾ, ਗੁਰਮੁਖ ਬਣਨਾ ਵਾ। ਮਨ ਮਤ ਜਿਹੜੀ ਆਪਣੀ ਛੱਡਣੀ ਆ। ਕਿਉਂਕਿ ਗੁਰੂ ਅਮਰਦਾਸ ਜੀ ਨੇ ਫਰਮਾਇਆ ਵਾ ਕਿ ਚਤਰਾਈ ਕਿਨੇ ਨਾ ਪਾਇਆ। ਇਹ ਜਿਹੜਾ ਵਾ ਭੋਲੇ ਭਾਅ ਪਰਮਾਤਮਾ ਸਾਨੂੰ ਜਿਹੜਾ ਵਾ ਮਿਲਦਾ ਵਾ, ਅਤੇ ਚਲਾਕੀਆਂ ਕਰਨ ਦੇ ਨਾਲ, ਚਤਰਾਈਆਂ ਕਰਨ ਦੇ ਨਾਲ ਪਰਮਾਤਮਾ ਨੂੰ ਜਿਹੜਾ ਵਾ ਉਹਦੀ ਖੁਸ਼ੀ ਅਸੀਂ ਨਹੀਂ ਪਾ ਸਕਦੇ। ਇਸ ਕਰਕੇ ਸੋ ਕਹੋ ਟਲ ਗੁਰ ਸੇਵੀਏ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ।
ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾ, ਜਿਹਨੂੰ ਸਾਰਿਆਂ ਦਾ ਫਿਕਰ ਆ। ਉਹਦੇ ਪਾਸ ਬੈਠ ਕੇ ਜਿਹੜੇ ਜਦੋਂ ਅਸੀਂ ਸਰਵਨ ਕਰਦੇ ਹਾਂ ਤਾਂ ਉਹਨੂੰ ਸਾਰਿਆਂ ਦੀ ਚਿੰਤਾ, ਸਾਰਿਆਂ ਦਾ ਜਿਹੜਾ ਫਿਕਰ ਆ ਪਰਮਾਤਮਾ ਨੂੰ। ਇਹ ਸਭ ਤੋਂ ਵੱਡਾ ਸੱਜਣ ਆ ਸਾਡਾ ਪਰਮਾਤਮਾ। ਸਾਡੇ ਜਿਹੜੇ ਦੋਸਤ ਮਿੱਤਰ ਭੈਣ ਭਰਾ ਜਿਹੜੇ ਸੰਗੀ ਸਾਥੀ ਆ, ਉਹ ਵੀ ਕਈ ਵਾਰੀ ਦੁੱਖ ਵਿੱਚ ਸਾਡਾ ਸਾਥ ਛੱਡ ਜਾਂਦੇ ਆ, ਕਈ ਵਾਰੀ ਪਰੇਸ਼ਾਨੀਆਂ ਵਿੱਚ ਸਾਡਾ ਸਾਥ ਛੱਡ ਜਾਣਗੇ, ਜਾਂ ਕਿਸੇ ਨਾ ਕਿਸੇ ਕਾਰਨ ਕਰਕੇ ਸਾਡੇ ਤੋਂ ਵਿਛੜ ਵੀ ਸਕਦੇ ਆ। ਪਰ ਇੱਕ ਪਰਮਾਤਮਾ ਜਿਹੜਾ ਹਮੇਸ਼ਾ ਸਾਡਾ ਸਾਥ ਦਿੰਦਾ, ਔਰ ਜਿਹੜਾ ਮਰਦੇ ਦਮ ਤੱਕ ਅਤੇ ਮਰਨ ਤੋਂ ਬਾਅਦ ਵੀ ਜਿਹੜਾ ਲੋਕ ਵਿੱਚ ਵੀ ਅਤੇ ਪ੍ਰਲੋਕ ਵਿੱਚ ਵੀ ਜਿਹੜਾ ਸਹਾਈ ਹੁੰਦਾ ਵਾ। ਇਸੇ ਕਰਕੇ ਗੁਰੂ ਸਾਹਿਬਾਨ ਨੇ ਕਿਹਾ, ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਸੋ ਗੁਰਬਾਣੀ ਦਾ ਜਾਪ ਕਰਨਾ, ਗੁਰਬਾਣੀ ਨੂੰ ਸਮਝਣਾ, ਵਿਚਾਰਨਾ ਜਿਹੜਾ ਵਾ, ਇਹ ਸਾਡੇ ਲਈ ਬੜਾ ਜ਼ਰੂਰੀ ਆ। ਸੋ ਗੁਰੂ ਸਾਹਿਬਾਨ ਨੇ ਸੋਰਠ ਰਾਗ ਦੇ ਵਿੱਚ ਜਿਹੜਾ ਸ਼ਬਦ ਉਚਾਰਿਆ, ਉਹਦੇ ਸੰਬੰਧ ਵਿੱਚ ਆਪਾਂ ਵਿਚਾਰਾਂ ਕਰਨੀਆਂ। ਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ 'ਤੇ ਮਿਹਰਾਂ ਭਰਿਆ ਹੱਥ ਰੱਖਣ, ਔਰ ਸਾਨੂੰ ਜਿਹੜੇ ਸ਼ਬਦ ਦੇ ਅਰਥ ਆ ਜਿਹੜੇ ਸਪਸ਼ਟ ਕਰਨ ਦੀ ਸਮੱਤ ਬਖਸ਼ਣ। ਕਿਉਂਕਿ ਗੁਰਬਾਣੀ ਜਿਹੜੀ ਆ ਇਹਦੇ ਬੜੇ ਡੂੰਘੇ ਭਾਵ ਅਰਥ ਆ। ਇਹਨਾਂ ਨੂੰ ਜਿੰਨਾ ਅਸੀਂ ਪੜਚੋਲਾਂਗੇ, ਜਿੰਨਾ ਅਸੀਂ ਇਹਦੀ ਖੋਜ ਕਰਾਂਗੇ, ਜਿੰਨੇ ਅਸੀਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਇਹਦੇ ਓਨੇ ਡੂੰਘੇ ਜਿਹੜੇ ਅਰਥ ਆ ਉਹ ਨਿਕਲਦੇ ਆ। ਜਿਵੇਂ ਸਮੁੰਦਰ ਦੇ ਵਿੱਚ ਟੁੱਬੀਆਂ ਲਾਉਣ ਦੇ ਨਾਲ ਹੀਰੇ ਮੋਤੀ ਨਿਕਲਦੇ ਆ, ਇਸੇ ਤਰ੍ਹਾਂ ਗੁਰਬਾਣੀ ਵੀ ਸਮੁੰਦਰ ਵਾਂਗ ਬੜੀ ਅਥਾਹ। ਇਹਦੇ ਵਿੱਚ ਵੀ ਜਿੰਨਾ ਹੀ ਅਸੀਂ ਖੋਜ ਪੜਤਾਲ ਕਰਦੇ ਹਾਂ ਅਤੇ ਸਾਨੂੰ ਹੀਰੇ ਮੋਤੀਆਂ ਦੇ ਵਾਂਗ ਬਹੁਤ ਜਿਹੜੇ ਸੁੰਦਰ ਸ਼ਬਦ ਜਿਹੜੇ ਆ, ਉਪਦੇਸ਼ ਜਿਹੜੇ ਮਿਲਦੇ ਆ, ਔਰ ਇਹਨਾਂ ਨੂੰ ਜੀਵਨ ਵਿੱਚ ਅਪਣਾ ਕੇ ਅਸੀਂ ਆਪਣੇ ਜੀਵਨ ਨੂੰ ਉੱਚਾ ਸੁੱਚਾ ਕਰ ਸਕਦੇ ਹਾਂ। ਔਰ ਨਾਲ ਹੀ ਅਸੀਂ ਜਿਹੜੇ ਆ ਆਪਣੇ ਮਨ ਦੀਆਂ ਜਿਹੜੀਆਂ ਟੈਨਸ਼ਨਾਂ ਵਾ, ਜਿਹੜੀਆਂ ਪਰੇਸ਼ਾਨੀਆਂ, ਉਹਨਾਂ ਨੂੰ ਦੂਰ ਕਰ ਸਕਦੇ ਹਾਂ। ਕਿਉਂਕਿ ਹਮ ਅਵਗਨ ਭਰੇ ਗੁਣ ਨਾਹੀ, ਅੰਮ੍ਰਿਤ ਚਾੜ ਵੇਖੇ ਬੇਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ ਜਮ ਤਰਾਸ ਮਟਾਈ। ਏਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਅਸੀਂ ਜਿਹੜੇ ਔਗਣਾਂ ਦੇ ਨਾਲ ਭਰੇ ਹੋਏ ਹਾਂ, ਇਸ ਕਰਕੇ ਆਪਣੇ ਔਗਣ ਜਿਹੜੇ ਦੂਰ ਕਰਨੇ ਆ। ਔਰ ਗੁਰੂ ਸਾਹਿਬਾਨ ਨੇ ਫਰਮਾਇਆ, ਹੁਣ ਅਸੀਂ ਸ਼ਬਦ ਪੜ੍ਹਦੇ ਹਾਂ ਔਰ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਆਪ ਸਾਧ ਸੰਗਤ ਜੀ ਕਾਗਰ ਚਿੱਤ ਹੋ ਕੇ ਮਨੋ ਬਿਰਤੀਆਂ ਨੂੰ ਜਿਹੜਾ ਕਾਗਰ ਕਰਕੇ ਜਿਹੜਾ ਸ਼ਬਦ ਹੈ ਸਰਵਨ ਕਰੋ ਜੀ। ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਕੀ ਫਰਮਾਇਆ ਵਾ, ਸੋ ਸ਼ਬਦ ਨੂੰ ਸਰਵਨ ਕਰੋ ਜੀ। ਹਮ ਮੈਲੇ ਤੁਮ ਉਜਲ ਕਰਤੇ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗਨ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗਨ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕਰ ਦੇਸਾ ਰਹਾਉ। ਤੁਮ ਸਭ ਸਾਜੇ ਸਾਜ ਨਿਵਾਜੇ, ਜਿਉ ਪਿੰਡ ਦੇ ਪ੍ਰਾਨਾ, ਨਿਰਗੁਣਿਆਰੇ ਗੁਣ ਨਹੀਂ ਕੋਈ, ਤੁਮ ਦਾਨ ਦਿਓ ਮਿਹਰਬਾਨਾ।
तुम करो भला हम भलो न जानै। तुम सदा सदा दयाला, तुम सुखदाई पुरख विधाते, तुम राखो अपने बाला। तुम निदान अटल सुल्तान, तुम निदान अटल सुल्तान, जी जंत सब जाचे। कहो नानक हम यही हवाला, राख संतन के पाछे। कहो नानक हम यही हवाला, राख संतन के पाछे। सो गुरु गरीब नवाज ਸਾਹਿਬ श्री गुरु अर्जन देव जी सानू की फरमा रहे आ। गुरु साहब फरमाउंदे ने कि हे परमात्मा, हे सर्वशक्तिमान सच्चे पातशाह, हम मैले तुम्हें उजल करते। ਕਹਿੰਦੇ ਅਸੀਂ ਔਗਣਾਂ ਦੇ ਨਾਲ ਭਰਪੂਰ ਹਾਂ, ਵਿਕਾਰੀ ਹਾਂ, ਸਾਡੇ ਵਿੱਚ ਕੋਈ ਗੁਣ ਨਹੀਂ। ਹਮ मैले ਤੁਮ ਉਜਲ ਕਰਤੇ। ਇਹ ਪਰਮਾਤਮਾ ਤੂੰ ਉਜਲ ਕਰਨ ਵਾਲਾ ਵਾ, ਸਾਡੇ ਔਗਣਾਂ ਨੂੰ ਦੂਰ ਕਰਨ ਵਾਲਾ, ਸਾਨੂੰ ਚੰਗੀ ਬੁੱਧ ਬਖਸ਼ਣ ਵਾਲਾ ਵਾ, ਸਾਨੂੰ ਚੰਗੀ ਸਮੱਤ ਬਖਸ਼ਣ ਵਾਲਾ ਵਾ। ਸਾਡੇ ਵਿੱਚ ਤੂੰ ਹੀ ਗੁਣ ਭਰ ਸਕਦਾ। ਵੇਖੋ ਜਦੋਂ ਅਸੀਂ ਕਿਸੇ ਗੁਣਾਂ ਵਾਲੇ ਕੋਲ ਜਾਵਾਂਗੇ ਨਾ, ਸਿਆਣੇ ਕੋਲ ਜਾਵਾਂਗੇ, ਸਮਝਦਾਰ ਇਨਸਾਨ ਕੋਲ ਜਾਵਾਂਗੇ, ਜਿਹੜਾ ਸਿਆਣਾ ਵਾ, ਜਿਹਦੇ ਕੋਲ ਗੁਣ ਆ, ਤੇ ਸਾਨੂੰ ਉਹੋ ਜਿਹੀ ਮੱਤ ਆਉਣੀ। ਜੋ ਜੈਸੀ ਸੰਗਤ ਕਰੇ ਤੈਸੋ ਹੀ ਫਲ ਖਾਏ। ਕਿ ਜਿਹੋ ਜਿਹੀ ਸੰਗਤ ਕਰਦੇ ਆ ਉਹੋ ਜਿਹੀ ਜਿਹੜੀ ਸਾਡੀ ਤੇ ਰੰਗਤ ਆ ਜਾਂਦੀ ਆ। ਚੰਗੀ ਸੰਗਤ ਕਰਾਂਗੇ ਤੇ ਚੰਗੇ ਬਣ ਜਾਵਾਂਗੇ, ਮਾੜੀ ਸੰਗਤ ਕਰਾਂਗੇ ਤੇ ਮਾੜੇ। ਸੰਗ ਤਾਰੇ ਕੁਸੰਗ ਡੋਬੀ। ਸੋ ਜਿਹੜਾ ਸੰਗਤ ਉਤਾਰ ਦਿੰਦੀ ਆ, ਮਾੜੀ ਸੰਗਤ ਜਿਹੜੀ ਆ ਉਹ ਇਨਸਾਨ ਨੂੰ ਡੋਬ ਦਿੰਦੀ। ਤੇ ਗੁਰੂ ਸਾਹਿਬਾਨ ਕਹਿੰਦੇ ਆ ਕਿ ਹਮ मैले ਤੁਮੇ ਉਜਲ ਕਰਤੇ। ਕਹਿੰਦੇ ਅਸੀਂ ਮੈਲੇ ਆ, ਵਿਕਾਰਾਂ ਦੇ ਕਰਕੇ ਵੀ, ਸੰਸਕਾਰਾਂ ਦੇ ਕਰਕੇ ਵੀ ਸਾਡੇ ਵਿੱਚ ਬਹੁਤ ਸਾਰੇ ਔਗਣ ਭਰੇ ਹੋਏ ਆ। ਕਹਿੰਦੇ ਆ ਕਿ ਇੱਕ ਗੁਣ ਵੀ ਨਹੀਂ ਸਾਡੇ ਵਿੱਚ ਹੈਗਾ। ਅਸੀਂ ਵੇਖੋ ਆਪਣੀ ਦੁਨਿਆਵੀ ਤੌਰ 'ਤੇ ਆਪਣੇ ਆਪ ਨੂੰ ਬੜਾ ਸਿਆਣਾ ਸਮਝਦੇ ਹਾਂ ਕਿ ਮੇਰੇ ਵਰਗਾ ਕੋਈ ਨਹੀਂ, ਮੈਂ ਸਭ ਤੋਂ ਸਿਆਣਾ, ਮੇਰੀ ਚੱਲੀ। ਪਰ ਇੱਥੇ ਖੁਦ ਗੁਰੂ ਸਾਹਿਬਾਨ ਜਿਹੜੇ ਪਰਮਾਤਮਾ ਰੂਪੀ ਆ, ਜਿਹੜੇ ਖੁਦ ਭਗਵਾਨ ਨੇ, ਪਰਮਾਤਮਾ ਨੇ, ਉਹ ਪਰਮੇਸ਼ਰ ਦੀ ਨਿਆਈ ਜਿਹੜੇ ਗੁਰੂ ਸਾਹਿਬਾਨ ਨੇ, ਉਹ ਖੁਦ ਕਹਿ ਰਹੇ ਆ। ਕਹਿੰਦੇ ਹਮ मैले, ਕਹਿੰਦੇ ਅਸੀਂ ਮੈਲੇ ਹਾਂ। ਮੈਲੇ ਦੇ ਭਾਵ ਇਹ ਨਹੀਂ ਕਿ ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ ਅਸੀਂ ਮੈਲੇ ਹਾਂ। ਕਹਿਣ ਤੋਂ ਭਾਵ ਕਿ ਸਾਡੇ ਵਿੱਚ ਔਗਣ ਭਰੇ ਹੋਏ ਆ, ਸਾਡੀ ਸੋਚ ਮਾੜੀ ਆ, ਅਸੀਂ ਗਲਤੀਆਂ ਨਾਲ ਭਰੇ ਹੋਏ ਹਾਂ। ਪਰ ਕਹਿੰਦੇ ਤੂੰ ਸਾਡੀ ਸੋਚ ਨੂੰ ਚੰਗਾ ਕਰ ਸਕਦਾ ਵਾਂ, ਉਜਵਲ ਕਰ ਸਕਦਾ ਵਾਂ, ਸਾਨੂੰ ਸਮਝਦਾਰ ਬਣਾ ਸਕਦਾ। ਹਮ ਨਿਰਗੁਣ ਤੂੰ ਦਾਤਾ। ਕਹਿੰਦੇ ਅਸੀਂ ਨਿਰਗੁਣ ਹਾਂ, ਸਾਡੇ ਵਿੱਚ ਕੋਈ ਗੁਣ ਨਹੀਂ, ਸਾਡੇ ਵਿੱਚ ਤੇਰੇ ਵਰਗੀ ਸਮਝ ਨਹੀਂ ਹੈਗੀ। ਤੂੰ ਦਾਤਾ ਵਾਂ। ਦਾਤਾ ਉਹਨੂੰ ਕਹਿੰਦੇ ਆ ਜਿਹੜਾ ਕੁਝ ਦੇਣ ਵਾਲਾ ਹੋਵੇ, ਜਿਹੜਾ ਸਾਨੂੰ ਦਿੰਦਾ। ਜਿਵੇਂ ਦੁਨਿਆਵੀ ਤੌਰ 'ਤੇ ਕੋਈ ਸਾਨੂੰ ਕੋਈ ਚੀਜ਼ਾਂ ਵੰਡਦਾ ਵਾ, ਉਹਨੂੰ ਅਸੀਂ ਦਾਤਾ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਪਰਮਾਤਮਾ ਜਿਹੜਾ ਵਾ ਉਹ ਗੁਣਾਂ ਦਾ ਦਾਤਾ। ਜਿੱਥੇ ਸਾਨੂੰ ਉਹ ਸੰਸਾਰਿਕ ਚੀਜ਼ਾਂ ਦਿੰਦਾ ਵਾ, ਉੱਥੇ ਸਾਨੂੰ ਨਿਰਮਲ ਬੁੱਧੀ ਵੀ ਦਿੰਦਾ ਵਾ, ਸਾਡੇ ਵਿੱਚ ਚੰਗੇ ਗੁਣ ਪੈਦਾ ਕਰਦਾ ਵਾ, ਸਾਨੂੰ ਸਮੱਤ ਬਖਸ਼ਦਾ ਵਾ, ਅਤੇ ਸਾਨੂੰ ਸੋਹਣੇ ਗੁਣ ਦੇ ਕੇ ਨਵਾਜਦਾ ਵਾ। ਹਮ ਮੂਰਖ ਤੁਮ ਚਤੁਰ ਸਿਆਣੀ, ਤੂੰ ਸਰਬ ਕਲਾ ਕਾ ਗਿਆਤਾ। ਕਹਿੰਦੇ ਅਸੀਂ ਮੂਰਖ ਹਾਂ। ਇਹ ਪਰਮਾਤਮਾ ਤੂੰ ਚਤੁਰ ਸਿਆਣਾ ਵਾ, ਤੂੰ ਚਲਾਕ ਆ, ਸਮਝਦਾਰ ਆ। ਚਲਾਕ ਤੋਂ ਭਾਵ ਆ ਕਿ ਸਮਝਦਾਰ, ਸਮਾਰਟ। ਚਤੁਰ ਤੋਂ ਹੁੰਦਾ ਵਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਵਾ ਹੁਸ਼ਿਆਰ ਹੋਵੇ। ਇੱਥੇ ਇਹ ਆ ਇੰਟੈਲੀਜੈਂਟ।
ਕਹਿੰਦੇ ਹਮ ਮੂਰਖ। ਇੱਥੇ ਆਪਾਂ ਦੁਨਿਆਵੀ ਤੌਰ 'ਤੇ ਕਿਸੇ ਬੰਦੇ ਨੂੰ ਮੂਰਖ ਕਹੀਏ ਤਾਂ ਉਹ ਲੜ ਪੈਂਦਾ, ਪਰ ਨਹੀਂ, ਗੁਰੂ ਸਾਹਿਬਾਨ ਨੇ ਖੁਦ ਕਿਹਾ ਆਪਣੇ ਆਪ ਨੂੰ ਕਿ ਅਸੀਂ ਮੂਰਖਾਂ ਵਰਗੇ ਸਾਡੇ ਵਿੱਚ ਗੁਣ ਆ, ਅਤੇ ਤੂੰ ਚਤਰ ਸਿਆਣਾ ਵਾ, ਤੂੰ ਸਮਝਦਾਰ ਆ, ਤੂੰ ਸਰਬ ਕਲਾ ਕਾ ਗਿਆਤਾ, ਜਾਣੀ ਕਿ ਤੂੰ ਸਰਬ ਕਲਾ ਸੰਪੂਰਨ ਆ। ਕਈਆਂ ਬੰਦਿਆਂ ਨੂੰ ਆਪਾਂ ਕਹਿੰਦੇ ਤੂੰ 16 ਕਲਾ ਸੰਪੂਰਨ ਆ, ਤੇਰੇ ਵਿੱਚ ਤੈਨੂੰ ਸਭ ਕੁਝ ਪਤਾ, ਪਰ ਗੁਰੂ ਸਾਹਿਬਾਨ ਨੇ ਕਿਹਾ ਕਿ ਪ੍ਰਮਾਤਮਾ ਸਰਬ ਕਲਾ ਸੰਪੂਰਨ ਆ। ਸੋ ਕਹਿਣ ਤੋਂ ਭਾਵ ਇਹ ਆ ਕਿ ਕਲਾ ਜਿਹੜੀ ਆ, ਜਦੋਂ ਆਪਾਂ ਕਿਸੇ ਨੂੰ ਕਹਿੰਦੇ ਆ ਨਾ, ਕੋਈ ਵਿਚਾਰਾਂ ਕਰਦੇ ਹਾਂ ਦੁਨਿਆਵੀ ਤੌਰ 'ਤੇ, ਜਦੋਂ ਆਪਾਂ ਸਮਝਾਉਂਦੇ ਹਾਂ ਕਿ ਯਾਰ ਪੰਜਾਬੀ ਦੇ ਵਿੱਚ ਜਿਵੇਂ ਕਹਿ ਦਿੰਦੇ ਹਾਂ ਆਪਾਂ ਕਿ ਸਾਧ ਸੰਗਤ ਜੀ, ਜਿਵੇਂ ਕਿਸੇ ਨੂੰ ਵੀ ਕਹੀਏ ਕਿ ਤੈਨੂੰ ਤਾਂ ਹਰ ਇੱਕ ਗੱਲ ਦਾ ਪਤਾ ਵਾ। ਕਈਆਂ ਨੂੰ ਲਿਖਣਾ ਬਹੁਤ ਸੋਹਣਾ ਆਉਂਦਾ, ਕਈ ਕਵਿਤਾਵਾਂ ਬਹੁਤ ਸੋਹਣੀਆਂ ਲਿਖਦੇ ਆ, ਕਈ ਜਿਹੜੇ ਆ ਸ਼ਬਦ ਬਹੁਤ ਸੋਹਣੇ ਗਾਉਂਦੇ ਆ, ਕਈਆਂ ਦੇ ਵਿੱਚ ਕੋਈ ਕਲਾ, ਕਿਸੇ ਵਿੱਚ ਕੋਈ ਕਲਾ ਵਾ। ਆਪੋ ਆਪਣੀ ਕਲਾ ਦਾ ਜਿਹੜੇ ਲੋਕ ਪ੍ਰਦਰਸ਼ਨ ਕਰਦੇ ਆ ਅਤੇ ਰੋਜੀ ਰੋਟੀ ਵੀ ਕਮਾਉਂਦੇ ਆ, ਪਰ ਪਰਮਾਤਮਾ ਜਿਹੜਾ ਸਰਬ ਕਲਾ ਦਾ ਗਿਆਤਾ, ਉਹਨੂੰ ਸਾਰੀਆਂ ਕਲਾਵਾਂ ਆਉਂਦੀਆਂ, ਉਹ ਸਰਬ ਕਲਾ ਸੰਪੂਰਨ ਆ, ਸਮਰੱਥ ਆ। ਪਰਮਾਤਮਾ ਵਰਗਾ ਹੋਰ ਕੋਈ ਨਹੀਂ ਹੈਗਾ ਦੁਨੀਆ 'ਤੇ। ਕਹਿੰਦੇ ਹਮ ਮੂਰਖ, ਕਹਿੰਦੇ ਅਸੀਂ ਮੂਰਖ ਹਾਂ। ਮੂਰਖ ਤੋਂ ਭਾਵ ਨਾ ਸਮਝ, ਜਿਨ੍ਹਾਂ ਦੀ ਬੁੱਧੀ ਘੱਟ ਆ, ਜਿਨ੍ਹਾਂ ਦੀ ਸਮਝ ਘੱਟ ਆ। ਕਹਿੰਦੇ ਤੁਮ ਚਤਰ ਸਿਆਣੇ, ਕਹਿੰਦੇ ਹੇ ਪਰਮਾਤਮਾ ਤੂੰ ਚਤਰ ਸਿਆਣਾ ਵਾ, ਤੇਰੇ ਵਰਗਾ ਕੋਈ ਹੋਰ ਸਿਆਣਾ ਨਹੀਂ ਹੈਗਾ। ਤੂੰ ਸਰਬ ਕਲਾ ਕਾ ਗਿਆਤਾ, ਤੂੰ ਸਾਰੀਆਂ ਕਲਾਵਾਂ ਦਾ ਗਿਆਤਾ ਵਾ, ਗਿਆਨਵਾਨ ਆ, ਤੈਨੂੰ ਹਰ ਗੱਲ ਦਾ ਪਤਾ। ਤੂੰ ਅੰਤਰਜਾਮੀ ਆ, ਤੈਨੂੰ ਹਰ ਤਰ੍ਹਾਂ ਦੀ ਜਿਹੜੀ ਆ ਸਮੱਤ ਆ, ਹਰ ਸਮਝ। ਕਹਿੰਦੇ ਮਾਧੋ ਹਮ ਐਸੇ ਤੁਮ ਐਸਾ, ਮਾਧੋ ਪਰਮਾਤਮਾ ਨੂੰ ਕਿਹਾ ਗਿਆ। ਕਹਿੰਦੇ ਅਸੀਂ ਐਸੇ ਹਾਂ ਅਤੇ ਤੂੰ ਐਸਾ ਵਾ। ਹੁਣ ਇਹ ਕਿਹੜੀ ਗੱਲ ਆ? ਇੱਥੇ ਕਿਹਾ ਗਿਆ ਵਾ ਕਿ ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕਰ ਦੇਸਾ। ਕਹਿੰਦੇ ਅਸੀਂ ਪਾਪੀ ਹਾਂ, ਅਸੀਂ ਖਿਨ ਖਿਨ ਭੁੱਲਣਹਾਰ ਹਾਂ, ਅਸੀਂ ਔਗਣ ਭਰੇ ਹਾਂ, ਸਾਨੂੰ ਨਹੀਂ ਸਮਝ ਹੈਗੀ ਇੰਨੀ, ਪਰ ਤੂੰ ਪਾਪ ਖੰਡਨ, ਤੂੰ ਪਾਪਾਂ ਦਾ ਨਾਸ਼ ਕਰਨ ਵਾਲਾ ਵਾ, ਸਾਡੇ ਗੁਨਾਹਾਂ ਨੂੰ ਮਾਫ ਕਰਨ ਵਾਲਾ ਵਾ, ਤੂੰ ਹਰ ਤਰ੍ਹਾਂ ਕਰਕੇ ਜਿਹੜਾ ਵਾ ਸਮਰੱਥ ਆ। ਨੀਕੋ ਠਾਕਰ ਦੇਸਾ, ਕਿ ਸਾਡੇ ਜਿੰਨੇ ਵੀ ਪਾਪ ਆ ਸਾਰੇ ਜਿਹੜੇ ਆ, ਤੂੰ ਉਹਨਾਂ ਨੂੰ ਜਿੱਥੇ ਮਾਫ ਕਰਦਾ, ਉੱਥੇ ਸਾਨੂੰ ਚੰਗੀ ਸਮੱਤ ਬਖਸ਼ਦਾ ਵਾ ਕਿ ਅਸੀਂ ਇਹੋ ਜਿਹੇ ਜਿਹੜੇ ਔਗਣ ਆ ਉਹ ਦੂਰ ਕਰ ਸਕਦਾ ਵਾ, ਸਾਡੇ ਜਿਹੜਾ ਵਾ ਜੀਵਨ ਨੂੰ, ਸਾਡੇ ਨੂੰ ਸੋਹਣਾ ਬਣਾ ਸਕਦਾ ਵਾ। ਤੇ ਰਹਾਓ ਤੁਮ ਸਭ ਸਾਜੇ ਸਾਜ ਨਵਾਜੇ, ਜੀਓ ਪਿੰਡ ਦੇ ਪ੍ਰਾਨਾ। ਗੁਰੂ ਸਾਹਿਬ ਸਮਝਾਉਂਦੇ ਆ ਕਿ ਹੇ ਪਰਮਾਤਮਾ ਤੂੰ ਸਾਰੇ ਮਨੁੱਖਾਂ ਨੂੰ, ਸਾਰੀ ਸ੍ਰਿਸ਼ਟੀ ਨੂੰ, ਸਾਰੀ ਕੁਦਰਤ ਨੂੰ ਤੂੰ ਖੁਦ ਬਣਾਇਆ ਅਤੇ ਸਾਜ ਕੇ ਨਵਾਜਿਆ। ਕਿਸੇ ਵਿੱਚ ਕੋਈ ਗੁਣ ਆ, ਕਿਸੇ ਵਿੱਚ ਕੋਈ ਗੁਣ ਆ, ਕਿਸੇ ਵਿੱਚ ਕੋਈ ਗੁਣ ਆ। ਹਰੇਕ ਮਨੁੱਖ ਨੂੰ ਕੋਈ ਨਾ ਕੋਈ ਗੁਣ ਬਖਸ਼ਿਆ, ਜਿਹੜਾ ਉਹ ਆਪਣਾ ਗੁਣ ਜਿਹੜਾ ਵਰਤ ਕੇ ਅਤੇ ਰੋਜੀ ਰੋਟੀ ਕਮਾਉਂਦਾ। ਮਤਲਬ ਮੰਨ ਲਓ ਕਿ ਕਾਰੀਗਰ ਆ, ਕੋਈ ਵਪਾਰੀ ਆ, ਕੋਈ ਕਲਾ ਦਾ ਗਿਆਤਾ ਵਾ, ਕੋਈ ਕਲਾ ਦਾ। ਸਾਰਿਆਂ ਨੂੰ ਤੂੰ ਸੋਹਣੇ ਸਰੀਰ ਦਿੱਤੇ ਆ, ਸਾਰਿਆਂ ਨੂੰ ਤੂੰ ਨਵਾਜਿਆ ਵਾ ਗੁਣਾਂ ਦੇ ਨਾਲ। ਅਤੇ ਜੀਓ ਪਿੰਡ ਦੇ ਪ੍ਰਾਣਾ, ਅਤੇ ਸਾਰੇ ਜੀਆਂ ਦੇ ਵਿੱਚ ਤੂੰ ਪ੍ਰਾਣ ਜਿਹੜੇ ਪਾਏ ਆ, ਸਾਹ ਪਾਏ ਆ। ਕਹਿਣ ਤੋਂ ਭਾਵ ਕਿ ਬਿਨ ਸਾਹਾਂ ਦੇ ਇਹ ਜਿਹੜਾ ਸਰੀਰ ਆ ਚੱਲ ਨਹੀਂ ਸਕਦਾ। ਇਸ ਕਰਕੇ ਹਰ ਸਰੀਰ ਦੇ ਵਿੱਚ ਜਿਹੜੀ ਤੇਰੀ ਜੋਤ ਜਿਹੜੀ ਆ ਉਹ ਜਗ ਰਹੀ ਆ। ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਕਹਿਣ ਤੋਂ ਭਾਵ ਕਿ ਹਰੇਕ ਸਰੀਰ ਦੇ ਵਿੱਚ ਪਰਮਾਤਮਾ ਨੇ ਪ੍ਰਾਣ ਪਾਏ ਆ, ਜਾਨ ਪਾਈ ਆ। ਜਾਨ ਹੈ ਤਾਂ ਜਹਾਨ ਹੈ। ਤੁਮ ਸਭ ਸਾਜੇ ਸਾਜ ਨਿਵਾਜੇ, ਜੀਓ ਪਿੰਡ ਦੇ ਪ੍ਰਾਨਾ।
ਕਹਿੰਦੇ ਹੇ ਪਰਮਾਤਮਾ ਤੂੰ ਸਾਰੇ ਸਾਜੇ, ਸਾਜੇ ਤੋਂ ਭਾਵ ਬਣਾਉਣਾ, ਤੇ ਬਣਾ ਕੇ ਨਵਾਜੇ ਵੀ ਆ, ਕਿ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਗੁਣ ਜਿਹੜਾ ਵਾ ਉਹ ਪੈਦਾ ਕੀਤਾ, ਉਹਨਾਂ ਨੂੰ ਨਵਾਜਿਆ। ਜੀਉ ਪਿੰਡ ਦੇ ਪ੍ਰਾਣਾ ਤੇ ਹਰੇਕ ਸਰੀਰ ਦੇ ਵਿੱਚ ਤੇਰੇ ਪ੍ਰਾਣ ਪਾਏ ਆ। ਜਦੋਂ ਤੇਰਾ ਜੀਅ ਕਰਦਾ ਤੂੰ ਪ੍ਰਾਣ ਕੱਢ ਕੇ ਖੜ ਵੀ ਸਕਦਾ ਵਾ। ਇਹ ਤੇਰੇ ਹੁਕਮ ਦੇ ਵਿੱਚ ਬੱਝੇ ਹੋਏ ਆ। ਇਸ ਕਰਕੇ ਤੂੰ ਸਾਰਿਆਂ ਨੂੰ ਜਿਹੜਾ ਉਹ ਪ੍ਰਾਣ ਜਿਹੜੇ ਦਿੱਤੇ ਆ, ਸਾਹ ਦਿੱਤੇ ਆ, ਆਪਣੀ ਜੋਤ ਰੱਖੀ ਸਾਰਿਆਂ ਦੇ ਵਿੱਚ। ਨਿਰਗੁਣਿਆਰੇ ਗੁਣ ਨਹੀਂ ਕੋਈ, ਤੁਮ ਦਾਨ ਦਿਓ ਮਿਹਰਬਾਨਾ। ਕਹਿੰਦੇ ਮੇਰੇ ਵਿੱਚ ਨਿਰਗੁਣਿਆਰੇ ਤੋਂ ਭਾਵ ਹੁੰਦਾ ਜਿਹੜਾ ਗੁਣਾਂ ਤੋਂ ਸੱਖਣਾ ਹੋਵੇ। ਕਹਿੰਦੇ ਮੇਰੇ ਵਿੱਚ ਕੋਈ ਗੁਣ ਨਹੀਂ। ਤੁਮ ਦਾਤੇ, ਕਹਿੰਦੇ ਹੇ ਪਰਮਾਤਮਾ ਤੂੰ ਮੈਨੂੰ ਦਾਨ ਦੇ ਗੁਣਾਂ ਦਾ, ਤੂੰ ਦਾਨ ਦੇ ਗੁਣਾਂ ਦਾ, ਨਾਮ ਦਾ ਦਾਨ ਦੇ। ਮੇਰੇ ਵਿੱਚ ਚੰਗੇ ਗੁਣ ਆ ਜਾਣ। ਮਿਹਰਬਾਨਾ, ਮਿਹਰਬਾਨ ਤੋਂ ਭਾਵ ਹੁੰਦਾ ਦਇਆ ਕਰਨ ਵਾਲਾ। ਨਿਰਗੁਣਿਆਰੇ ਗੁਣ ਨਹੀਂ ਕੋਈ, ਨਿਰਗੁਣਿਆਰੇ ਗੁਣ ਨਹੀਂ ਕੋਈ। ਗੁਰੂ ਸਾਹਿਬ ਫਰਮਾਉਂਦੇ ਕਿ ਨਿਰਗੁਣਿਆਰੇ ਕੋ ਗੁਣ ਨਹੀਂ ਕੋਈ, ਕਿ ਮੇਰੇ ਵਿੱਚ ਕੋਈ ਗੁਣ ਨਹੀਂ ਹੈਗਾ, ਮੈਂ ਗੁਣਾਂ ਤੋਂ ਸੱਖਣਾ ਵਾਂ। ਤੇ ਤੁਮ ਦਾਨ ਦਿਓ ਮਿਹਰਬਾਨਾ, ਤੇ ਹੇ ਪਰਮਾਤਮਾ ਤੂੰ ਦਾਨ ਦੇ ਗੁਣਾਂ ਦਾ, ਤੂੰ ਦਾਨ ਦੇ ਨਾਮ ਦਾ। ਮੈਂ ਤੇਰੇ ਜਿਹੜੀ ਸਿਫਤ ਸਲਾਹ ਕਰ ਸਕਾਂ, ਮੇਰੇ ਵਿੱਚ ਚੰਗੇ ਗੁਣ ਆ ਜਾਣ, ਮੈਂ ਵੀ ਚੰਗਾ ਇਨਸਾਨ ਬਣ ਸਕਾਂ। ਪਰਮਾਤਮਾ ਤੇਰੇ ਗੁਣ ਗਾ ਗਾ ਕੇ ਮੈਂ ਤੇਰੇ ਵਰਗਾ ਬਣ ਸਕਾਂ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ। ਕਹਿੰਦੇ ਹੇ ਪਰਮਾਤਮਾ ਤੂੰ ਸਾਡਾ ਭਲਾ ਕਰਦਾ ਵਾਂ, ਹਰ ਵੇਲੇ ਭਲਾ ਕਰਦਾ। ਅਸੀਂ ਜ਼ਿੰਦਗੀ ਦੇ ਵਿੱਚ ਕਈ ਗਲਤੀਆਂ ਕਰਦੇ ਹਾਂ, ਕਈ ਤਰ੍ਹਾਂ ਦੇ ਗੁਨਾਹ ਕਰਦੇ ਹਾਂ, ਪਾਪ ਕਰਦੇ ਹਾਂ, ਪਰ ਤੂੰ ਸਾਡੇ ਬਖਸ਼ ਦੇਣਾ ਵਾ, ਹਮੇਸ਼ਾ ਸਾਡਾ ਭਲਾ ਕਰਦਾ। ਪਰ ਅਸੀਂ ਤੇਰਾ ਥੈਂਕ ਯੂ ਨਹੀਂ ਕਰਦੇ, ਤੇਰਾ ਸ਼ੁਕਰੀਆ ਨਹੀਂ ਕਰਦੇ। ਅਸੀਂ ਤੇਰਾ ਭਲਾ ਨਹੀਂ, ਅਸੀਂ ਤੇਰਾ ਕਹਿਣ ਤੋਂ ਭਾਵ ਆ ਕਿ ਤੇਰੇ ਭਲੇ ਦੇ ਵਿੱਚ, ਤੇਰੇ ਭਲੇ ਨੂੰ ਅਸੀਂ ਭਲਾ ਹੀ ਨਹੀਂ ਸਮਝਦੇ। ਗੁਰੂ ਸਾਹਿਬਾਨ ਨੇ ਸਾਨੂੰ ਫਰਮਾਇਆ ਵਾ ਕਿ ਪਰਮਾਤਮਾ ਨੇ ਸਾਨੂੰ ਸੁੰਦਰ ਸਰੀਰ ਦਿੱਤਾ, ਇਹਦੇ ਵਿੱਚ ਜਾਨ ਪਾਈ ਆ, ਅੱਖਾਂ ਦਿੱਤੀਆਂ, ਕੰਨ ਦਿੱਤੇ, ਪੈਰ ਦਿੱਤੇ, ਹੱਥ ਦਿੱਤੇ, ਸੋਹਣਾ ਸਰੀਰ ਦਿੱਤਾ ਵਾ, ਗੁਣਾਂ ਨਾਲ ਨਵਾਜਿਆ ਵਾ, ਤੇ ਅਕਲ ਦਿੱਤੀ ਆ, ਸ਼ਕਲ ਦਿੱਤੀ ਆ, ਸੁੰਦਰ ਰੂਪ ਦਿੱਤਾ ਵਾ। ਪਰ ਅਸੀਂ ਤੇਰਾ ਭਲਾ ਨਹੀਂ, ਫਿਰ ਵੀ ਜਿਹੜਾ ਵਾ ਅਕਿਰਤ ਕਹਾਣੀਆਂ, ਕਹਿਣ ਤੋਂ ਭਾਵ ਕਿ ਤੇਰੇ ਭਲੇ ਨੂੰ ਅਸੀਂ ਜਾਣਦੇ ਨਹੀਂ, ਅਸੀਂ ਤੇਰਾ ਸ਼ੁਕਰੀਆ ਨਹੀਂ ਕਰਦੇ, ਅਸੀਂ ਤੇਰੇ ਗੁਣ ਨਹੀਂ ਗਾਉਂਦੇ। ਅਸੀਂ ਤੈਨੂੰ ਭੁਲਾ ਕੇ ਬੈਠੇ ਹਾਂ, ਵਸਾਰ ਕੇ ਬੈਠੇ ਹਾਂ, ਤੇ ਤੇਰੇ ਗੁਣਾਂ ਨੂੰ ਅਸੀਂ ਭੁੱਲੇ ਹੋਏ ਹਾਂ। ਤੂੰ ਫਿਰ ਵੀ ਸਾਡਾ ਪਰਮਾਤਮਾ ਭਲਾ ਕਰਦਾ ਆ ਰਿਹਾ। ਤੁਮ ਕਰੋ ਭਲਾ ਹਮ ਭਲਉ ਨਾ ਜਾਣੈ, ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ। ਤੂੰ ਹਮੇਸ਼ਾ ਹੀ ਦਿਆਲੂ ਆ, ਸਦਾ, ਤੇਰੇ ਵਿੱਚ ਕਦੀ ਵੀ ਕੰਜੂਸੀ ਨਹੀਂ ਆਈ। ਤੂੰ ਸਾਡੇ ਤੇ ਦਇਆ ਕਰਨ ਵਾਲਾ ਵਾ। ਦਿਆਲਾ ਤੋਂ ਭਾਵ ਦਇਆ ਕਰਨ ਵਾਲਾ। ਜੁਗਾਂ ਜਗੰਤਰਾਂ ਤੋਂ ਸਾਡੇ ਤੇ ਦਇਆ ਕਰਦਾ ਆ ਰਿਹਾ। ਆਦਿ ਸੱਚ ਜੁਗਾਰ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਿਹੜਾ ਹਮੇਸ਼ਾ ਸ਼ੁਰੂ ਤੋਂ ਹੀ ਸਾਡਾ ਭਲਾ ਕਰਦਾ ਰਿਹਾ। ਕੁਦਰਤ ਵੇਖੋ ਕਿੱਡੀ ਸੋਹਣੀ ਪਰਮਾਤਮਾ ਨੇ ਬਣਾਈ ਆ। ਸੂਰਜ, ਚੰਦਰਮਾ, ਤਾਰੇ, ਆਕਾਸ਼, ਪਾਣੀ, ਹਵਾ, ਸਭ ਕੁਝ ਹੀ ਸਾਡੇ ਲਈ ਬਣਾਇਆ, ਮਨੁੱਖ ਲਈ ਬਣਾਇਆ, ਜੀਵਾਂ ਵਾਸਤੇ ਬਣਾਇਆ। ਜੇ 4 ਦਿਨ ਧੁੱਪ ਨਹੀਂ ਲੱਗਦੀ, ਵੇਖੋ ਕੀ ਹਾਲ ਹੁੰਦਾ ਸਿਆਲ ਦੇ ਵਿੱਚ। ਜੇ ਜ਼ਿਆਦਾ ਠੰਡ ਪੈਂਦੀ ਤਾਂ ਕੀ ਹਾਲ ਹੁੰਦਾ। ਕੁਦਰਤ ਨੇ ਸਾਨੂੰ ਬੜਾ ਕੁਛ ਬਖਸ਼ਿਆ ਵਾ।
ਇਸ ਕਰਕੇ ਪ੍ਰਮਾਤਮਾ ਦਾ ਅਸੀਂ ਜਿਹੜਾ ਸ਼ੁਕਰੀਆ ਨਹੀਂ ਅਦਾ ਕਰਦੇ, ਕਿਉਂਕਿ ਵੇਖੋ ਪ੍ਰਮਾਤਮਾ ਸਾਡੇ ਕੋਲੋਂ ਆਕਸੀਜਨ ਦਾ, ਹਵਾ ਦਾ ਕੋਈ ਪੈਸਾ ਨਹੀਂ ਲੈਂਦਾ। ਇੱਥੇ ਜਦੋਂ ਅਸੀਂ ਦੁਨਿਆਵੀ ਤੌਰ 'ਤੇ ਇੱਕ ਉਦਾਹਰਨ ਦੇ ਸਕਦੇ ਹਾਂ, ਐਗਜ਼ੈਂਪਲ ਦੇ ਸਕਦੇ ਹਾਂ, ਕਿਸੇ ਡਾਕਟਰ ਦੇ ਕੋਲ ਹੀ ਆਕਸੀਜਨ ਲਵਾਉਣੀ ਹੋਵੇ ਨਾ, ਜਦੋਂ ਵੈਂਟੀਲੇਟਰ 'ਤੇ ਕਿਸੇ ਨੂੰ ਪਾਉਂਦੇ ਆ ਅਤੇ ਉਹ ਹਜ਼ਾਰਾਂ ਰੁਪਈਏ ਦਿਹਾੜੀ ਦਾ ਬਿੱਲ ਬਣਾ ਦਿੰਦੇ ਆ ਆਕਸੀਜਨ ਦੇ ਸਿਲੰਡਰਾਂ ਦਾ। ਲੇਕਿਨ ਅਸੀਂ ਵੇਖੋ ਖੁੱਲ੍ਹੀ ਹਵਾ ਦੇ ਵਿੱਚ ਫਿਰ ਰਹੇ ਹਾਂ, ਪਤਾ ਨਹੀਂ ਕਿੰਨੀ ਹਵਾ ਖਾਂਦੇ, ਕਈ ਕੁਛ ਕਰੀ ਜਾਂਦੇ ਹਾਂ। ਪਰਮਾਤਮਾ ਸਾਡੇ ਕੋਲੋਂ ਇਹਦੇ ਬਦਲੇ ਕੁਝ ਨਹੀਂ ਲੈਂਦਾ, ਉਹ ਤਾਂ ਸਾਡੇ 'ਤੇ ਦਇਆ ਕਰਦਾ ਵਾ, ਪਰ ਅਸੀਂ ਫਿਰ ਵੀ ਉਹਦਾ ਸ਼ੁਕਰੀਆ ਨਹੀਂ ਅਦਾ ਕਰਦੇ। ਕਿੱਡੇ ਅਸੀਂ ਅਕਿਰਤ ਕਾਣੇ ਆ, ਕਿੱਡੇ ਨਾ ਸ਼ੁਕਰੀਏ ਆ। ਸਾਨੂੰ ਚਾਹੀਦਾ ਕਿ ਪ੍ਰਮਾਤਮਾ ਦਾ ਜਿਹੜਾ ਵਾ ਨਾਮ ਜਪਣਾ ਚਾਹੀਦਾ ਵਾ, ਉਹਦੇ ਅੱਗੇ ਅਰਦਾਸ ਕਰਨੀ ਚਾਹੀਦੀ ਆ, ਬੇਨਤੀ ਕਰਨੀ ਚਾਹੀਦੀ ਕਿ ਪ੍ਰਮਾਤਮਾ ਤੂੰ ਸਾਡੇ 'ਤੇ ਦਇਆ ਕਰਦਾ ਵਾਂ, ਤੂੰ ਮਿਹਰਬਾਨ ਆ, ਅਸੀਂ ਪਾਪੀ ਹਾਂ, ਤੂੰ ਸਾਡੇ ਪਾਪ ਦੂਰ ਕਰਦਾ ਵਾਂ, ਸਾਨੂੰ ਤੂੰ ਨਿਰਮਲ ਬੁੱਧ ਬਖਸ਼ਦਾ ਵਾਂ, ਸਾਨੂੰ ਤੂੰ ਸਮੱਤ ਬਖਸ਼ਦਾ ਵਾਂ। ਫਿਰ ਵੀ ਅਸੀਂ ਤੇਰੇ ਜਿਹੜੇ ਗੁਣਾਂ ਦਾ ਜਿਹੜਾ ਵਾ ਉਹ ਮੁੱਲ ਨਹੀਂ ਦੇ ਸਕਦੇ। ਅਸੀਂ ਤੇਰੇ ਭਲੇ ਨੂੰ ਭਲਾ ਹੀ ਨਹੀਂ ਸਮਝਦੇ। ਸੋ ਗੁਰੂ ਸਾਹਿਬਾਨ ਅੱਗੇ ਫਰਮਾਉਂਦੇ ਆ, ਤੁਮ ਸੁਖਦਾਈ ਪੁਰਖ ਬਿਦਾਤੀ, ਤੁਮ ਰਾਖੋ ਆਪਣੇ ਬਾਲਾ। ਗੁਰੂ ਸਾਹਿਬਾਨ ਫਰਮਾਉਂਦੇ ਆ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ, ਕਿ ਪ੍ਰਮਾਤਮਾ ਤੂੰ ਸੁੱਖਾਂ ਦਾ ਖਜ਼ਾਨਾ ਆ, ਸੁਖਦਾਈ ਪੁਰਖ ਵਿਧਾਤੇ, ਜਿਹੜਾ ਸਾਡੇ ਵਾਸਤੇ ਜਿਹੜਾ ਵਾ ਸਾਡੇ ਕਰਮ ਲਿਖਦਾ। ਕਹਿਣ ਤੋਂ ਭਾਵ ਕਿ ਸਾਡੇ ਵਾਸਤੇ ਹਰ ਚੀਜ਼ ਦਾ ਪ੍ਰਬੰਧ ਕਰਦਾ ਪ੍ਰਮਾਤਮਾ। ਵੇਖੋ ਜਦੋਂ ਜੀਵ ਨੇ ਧਰਤੀ 'ਤੇ ਆਉਣ ਤੋਂ ਪਹਿਲਾਂ ਗਰਭ ਦੇ ਵਿੱਚ ਹੀ ਉਹਨੂੰ ਜਿਹੜਾ ਵਾ ਖਾਣਾ ਪੀਣਾ ਮਾਂ ਦੇ ਪੇਟ ਵਿੱਚੋਂ ਮਿਲਦਾ। ਫਿਰ ਜਦੋਂ ਜੀਵ ਜਿਹੜਾ ਵਾ ਧਰਤੀ 'ਤੇ ਆ ਜਾਂਦਾ, ਫਿਰ ਉਹ ਮਾਂ ਦਾ ਦੁੱਧ ਪੀਂਦਾ ਵਾ। ਫਿਰ ਧਰਤੀ ਦੇ ਉੱਪਰ ਜਿਹੜੇ ਆ ਕਿੰਨੇ ਅਨਾਜ ਉਗਦੇ ਆ, ਕਿੰਨਾ ਪਾਣੀ ਆ, ਕਈ ਹਵਾ ਆ, ਸਾਰਾ ਕੁਝ ਉਹਨੂੰ ਖਾਣ ਨੂੰ ਮਿਲਦਾ। ਉਹਨੇ ਇੱਕ ਵਿਧੀ ਬਣਾਈ, ਇੱਕ ਵਿਧਾਨ ਬਣਾਇਆ ਜੀਵਨ ਦਾ। ਕਹਿੰਦੇ ਤੂੰ ਸੁਖਦਾਈ, ਤੁਮ ਸੁਖਦਾਈ ਪੁਰਖ ਵਿਧਾਤੇ। ਇਹ ਪ੍ਰਮਾਤਮਾ ਤੂੰ ਤੇ ਸਾਡੇ ਸੁੱਖਾਂ ਵਾਸਤੇ ਬੜਾ ਕੁਛ ਕੀਤਾ, ਸਾਡੇ ਵਾਸਤੇ ਹਰ ਚੀਜ਼ ਦਾ ਪ੍ਰਬੰਧ ਕੀਤਾ ਵਾ। ਭਾਵੇਂ ਕੋਈ ਅਮੀਰ ਹੋਵੇ ਅਤੇ ਭਾਵੇਂ ਕੋਈ ਗਰੀਬ ਹੋਵੇ, ਹਰੇਕ ਵਾਸਤੇ ਪ੍ਰਮਾਤਮਾ ਨੇ ਇੱਕੋ ਜਿਹੀ ਹਵਾ, ਇੱਕੋ ਜਿਹੀ ਧੁੱਪ, ਇੱਕੋ ਜਿਹਾ ਪਾਣੀ ਪੈਦਾ ਕੀਤਾ। ਉਹਦੀ ਨਜ਼ਰ ਦੇ ਵਿੱਚ ਕੋਈ ਅਮੀਰ ਗਰੀਬ ਨਹੀਂ। ਪਰਮਾਤਮਾ ਦੀ ਨਜ਼ਰ ਦੇ ਵਿੱਚ ਸਾਰੇ ਜਿਹੜੇ ਇੱਕੋ ਜਿਹੇ ਮਨੁੱਖ ਆ, ਸਾਰੇ ਹੱਡ ਮਾਸ ਦੇ ਪੁਤਲੇ ਆ, ਸਾਰਿਆਂ ਵਿੱਚ ਖੂਨ ਲਾਲ ਆ, ਇੱਕੋ ਰੰਗ ਦਾ ਵਾ। ਕਹਿਣ ਤੋਂ ਭਾਵ ਪ੍ਰਮਾਤਮਾ ਨੇ ਕੋਸ਼ਿਸ਼ ਕਿਸੇ ਨੂੰ ਜਿਹੜਾ ਵਾ ਅਮੀਰ ਗਰੀਬ ਨਹੀਂ ਬਣਾਇਆ। ਠੀਕ ਆ ਕਿ ਕਈ ਵਾਰੀ ਕਈਆਂ ਦਾ ਜਨਮ ਜਿਹੜਾ ਅਮੀਰਾਂ ਗਰੀਬਾਂ ਦੇ ਘਰ ਵਿੱਚ ਹੋ ਜਾਂਦਾ, ਪਰ ਉਹ ਅਸੀਂ ਤੇ ਸਮਾਜਿਕ ਤੌਰ 'ਤੇ ਕਹਿ ਸਕਦੇ ਹਾਂ ਕਿ ਉਹ ਅਮੀਰ ਗਰੀਬ ਅਸੀਂ ਆਪ ਬਣਾਏ ਆ। ਪਰਮਾਤਮਾ ਦੀ ਨਜ਼ਰ ਵਿੱਚ ਸਾਰੇ ਇੱਕੋ ਜਿਹੇ ਆ। ਉਹਨੇ ਸਭ ਲਈ ਜਿਹੜਾ ਵਾ ਖਾਦ ਪਾਣੀ ਦਾ ਪ੍ਰਬੰਧ ਇੱਕੋ ਜਿਹਾ ਕੀਤਾ। ਇਸ ਕਰਕੇ ਕਹਿੰਦੇ ਪ੍ਰਮਾਤਮਾ ਤੂੰ ਸਾਨੂੰ ਆਪਣੇ ਬਾਲਾਂ ਦੀ ਤਰ੍ਹਾਂ ਪਾਲਦਾ। ਬਾਲ ਹੁੰਦਾ ਬੱਚੇ, ਜਿਵੇਂ ਮਾਂ ਪਿਓ ਆਪਣੇ ਬੱਚੇ ਨੂੰ ਪਾਲਦਾ, ਮਾਂ ਆਪਣੇ ਬੱਚੇ ਨੂੰ ਪਾਲਦੀ ਆ, ਇਸੇ ਤਰ੍ਹਾਂ ਪਰਮਾਤਮਾ ਵੀ ਸਾਨੂੰ ਆਪਣੇ ਬਾਲਾਂ ਦੀ ਤਰ੍ਹਾਂ ਪਾਲਦਾ ਵਾ। ਉਹ ਅਸੀਂ ਉਹਦੇ ਬੱਚੇ, ਪਰਮਾਤਮਾ ਦੇ ਬੱਚੇ ਆ। ਕਹਿਣ ਤੋਂ ਭਾਵ ਕਿ ਬੱਚੇ ਜਿਹੜੇ ਆ ਉਹ ਬੱਚੇ ਹੀ ਰਹਿੰਦੇ ਆ, ਮਾਂ ਪਿਓ ਜਿਹੜੇ ਮਾਂ ਪਿਓ ਹੁੰਦੇ ਆ। ਜਿਹੜੀ ਸਮਝ ਜਿਹੜੀ ਆ ਮਾਂ ਪਿਓ ਦੀ ਬੱਚਿਆਂ ਨਾਲੋਂ ਕਿਤੇ ਵੱਧ ਹੁੰਦੀ ਆ, ਕਿਉਂਕਿ ਮਾਂ ਪਿਓ ਦਾ ਗੁਣ ਨਹੀਂ ਜਿਹੜੇ ਆ ਮੁੱਲ ਨਹੀਂ ਕੋਈ ਉਤਾਰ ਸਕਦਾ। ਮਾਂ ਪਿਓ ਨੇ ਜਿਹੜੇ ਆ ਉਹ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਪਾਲਿਆ ਹੁੰਦਾ ਵਾ, ਪੜ੍ਹਾਇਆ ਹੁੰਦਾ ਵਾ, ਲਿਖਾਇਆ ਹੁੰਦਾ ਵਾ, ਅਤੇ ਉਹਨਾਂ ਨੇ ਗੁਣ ਦਿੱਤੇ ਹੁੰਦੇ ਆ, ਬਖਸ਼ੇ ਹੁੰਦੇ ਆ ਸਾਨੂੰ, ਅਤੇ ਫਿਰ ਹੀ ਅਸੀਂ ਜਿਹੜੇ ਚੰਗੇ ਇਨਸਾਨ ਬਣਦੇ ਹਾਂ। ਜਿਹੜੀ ਸਾਨੂੰ ਜਿਹੜੀ ਮੱਤ ਜਿਹੜੀ ਦਿੱਤੀ ਹੁੰਦੀ ਆ। ਸੋ ਗੁਰੂ ਸਾਹਿਬਾਨ ਨੇ ਪ੍ਰਮਾਤਮਾ ਨੂੰ ਜਿਹੜਾ ਵਾ ਮਾਂ ਪਿਓ ਵਰਗਾ ਦੱਸਿਆ ਕਿ ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰਾਖੋ ਆਪਣੇ ਬਾਲਾ। ਕਿ ਤੂੰ ਆਪਣੇ ਬਾਲਾਂ ਨੂੰ, ਸਾਨੂੰ ਜਾਣੀ ਕਿ ਸਾਰਿਆਂ ਨੂੰ ਜਿਹੜਾ ਰੱਖਣਾ ਵਾ, ਪ੍ਰਮਾਤਮਾ ਸੰਭਾਲ ਕੇ ਰੱਖਦਾ ਵਾ।
ਔਰ ਸਾਡੀ ਜਿਹੜੀ ਕੇਅਰ ਕਰਦਾ ਵਾਂ, ਸਾਡਾ ਜਿਹੜਾ ਵਾ ਸਾਂਭ ਸੰਭਾਲ ਕਰਦਾ, ਸਾਡੀ ਫਿਕਰ ਕਰਦਾ ਪ੍ਰਮਾਤਮਾ। ਤੁਮ ਨਿਦਾਨ ਟਲ ਸੁਲਤਾਨ, ਜੀ ਜੰਤ ਸਭ ਜਾਚੇ। ਕਹੋ ਨਾਨਕ ਹਮ ਇਹੀ ਹਵਾਲਾ, ਰਾਖ ਸੰਤਨ ਕੇ ਪਾਸ਼ੇ। ਨਿਧਾਨ ਹੁੰਦਾ ਗੁਣਾਂ ਦਾ ਖਜ਼ਾਨਾ। ਕਹਿੰਦੇ ਤੂੰ ਨਿਧਾਨ ਆ ਪ੍ਰਮਾਤਮਾ, ਅਟਲ ਸੁਲਤਾਨ ਆ ਜਿਹੜਾ। ਇੱਕ ਤੇ ਸੁਲਤਾਨ ਹੋਏ ਆ ਜਿਹੜੇ ਜੰਮਦੇ ਮਰਦੇ ਆ, ਜਿਹੜੇ ਧਰਤੀ ਦੇ ਉੱਤੇ ਜਿਵੇਂ ਕੋਈ ਰਾਜੇ ਆ ਕੁਛ ਟਾਈਮ ਲਈ ਬਣਦੇ ਆ। ਪਰਮਾਤਮਾ ਜਿਹੜਾ ਅਜਿਹਾ ਅਟਲ ਸੁਲਤਾਨ ਆ ਜਿਹੜਾ ਨਾ ਜੰਮਦਾ ਨਾ ਮਰਦਾ, ਹਮੇਸ਼ਾ ਕਾਇਮ ਰਹਿਣ ਵਾਲਾ। ਔਰ ਜਿਹੜਾ ਸੱਚੇ ਪਾਤਸ਼ਾਹ ਜਿਹੜਾ ਕਦੀ ਵੀ ਜਿਹੜਾ ਵਾ ਉਹ ਜੰਮਦਾ ਮਰਦਾ ਨਹੀਂ, ਔਰ ਸਾਰਿਆਂ ਰਾਜਿਆਂ ਦਾ ਉਹ ਰਾਜਾ ਵਾ ਜਿਹਨੂੰ ਕੋਈ ਨਾ ਮਾਰ ਸਕਦਾ, ਨਾ ਕੋਈ ਨੁਕਸਾਨ ਹੀ ਪਹੁੰਚਾ ਸਕਦਾ। ਅਟਲ ਆ, ਹਮੇਸ਼ਾ ਕਾਇਮ ਰਹਿਣ ਵਾਲਾ ਸੁਲਤਾਨ। ਤੇ ਨਿਧਾਨ ਤੋਂ ਭਾਵ ਹੁੰਦਾ ਵਾ ਕਿ ਜਿਹਦੇ ਘਰ ਕੋਈ ਘਾਟਾ ਨਹੀਂ, ਜਿਹਦੇ ਘਰ ਕੋਈ ਘਾਟਾ ਨਹੀਂ, ਜਿਹੜਾ ਸਰਬ ਕਲਾ ਕਾ ਗਿਆਤਾ ਵਾ, ਜਿਹੜੇ ਗੁਣਾਂ ਦਾ ਖਜ਼ਾਨਾ ਵਾ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸੋ ਬਹੁਤ ਸਾਰੀਆਂ ਜਿਹੜੀਆਂ ਪੰਕਤੀਆਂ ਗੁਰਬਾਣੀ ਦੇ ਵਿੱਚ ਲਿਖੀਆਂ ਵਾ ਪਰਮਾਤਮਾ ਦੇ ਬਾਰੇ। ਮਨੁੱਖੀ ਟੇਕ ਬਿਰਥੀ ਸਭ ਜਾਣਦੇ ਨੇ ਕੋਈ ਏਕੇ ਭਗਵਾਨ। ਸੋ ਕਹਿਣ ਤੋਂ ਭਾਵ ਆਪਣਾ ਇਹ ਆ, ਗੁਰੂ ਸਾਹਿਬਾਨ ਨੇ ਫਰਮਾਇਆ ਵਾ ਕਿ ਤੁਮ ਨਿਧਾਨ ਅਟਲ ਸੁਲਤਾਨ। ਸਾਧ ਸੰਗਤ ਜੀ ਇਹ ਗੌਰ ਕਰਨ ਦੀ ਲੋੜ ਆ, ਧਿਆਨ ਦੇਣ ਦੀ ਲੋੜ ਇੱਥੇ। ਕਹਿੰਦੇ ਆ ਕਿ ਤੂੰ ਅਟਲ ਸੁਲਤਾਨ ਆ, ਤੂੰ ਹਮੇਸ਼ਾ ਕਾਇਮ ਰਹਿਣ ਵਾਲਾ ਵਾ। ਤੇ ਜੀ ਜੰਤ ਸਭ ਜਾਚੇ, ਇਹ ਜਿਹੜੇ ਜੀ ਜੰਤ ਆ ਸਾਰੇ ਤੇਰੇ ਹੀ ਸਾਜੇ ਹੋਏ ਆ, ਤੇਰੇ ਹੀ ਬਣਾਏ ਹੋਏ ਆ, ਸਾਰੇ ਤੇਰੀ ਹੁਕਮ ਦੇ ਵਿੱਚ ਰਹਿ ਰਹੇ ਆ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਾਰੇ ਤੇਰੀ ਦਇਆ ਦੇ ਕਰਕੇ, ਤੇਰੀ ਕਿਰਪਾ ਦੇ ਕਰਕੇ ਚੱਲ ਰਹੇ ਆ। ਸਾਰਿਆਂ ਵਿੱਚ ਤੇਰੇ ਹੀ ਦਿੱਤੇ ਹੋਏ ਪ੍ਰਾਣ ਹੈ, ਸਾਰਿਆਂ ਨੂੰ ਤੂੰ ਹੀ ਮੱਤ ਦਿੱਤੀ ਪ੍ਰਮਾਤਮਾ, ਸਾਰਿਆਂ ਦੀ ਤੇਰੀ ਕਿਰਪਾ ਵਾ। ਗੁਰੂ ਮਹਾਰਾਜ ਤੇਰੀ ਤੋਂ ਬਗੈਰ ਸਾਡਾ ਨਿਆਸਰਿਆਂ ਦਾ ਕੋਈ ਆਸਰਾ ਨਹੀਂ। ਅਸੀਂ ਨਿਰਗੁਣ ਹਾਂ, ਅਸੀਂ ਮੂਰਖ ਹਾਂ। ਕਹਿਣ ਤੋਂ ਭਾਵ ਗੁਰੂ ਸਾਹਿਬ ਨੇ ਬੜਾ ਕੁਛ ਲਿਖਿਆ ਇਸ ਸ਼ਬਦ ਦੇ ਵਿੱਚ ਕਿ ਸਾਡੀ ਸਮਝ ਬੜੀ ਥੋੜ੍ਹੀ ਆ। ਤੇ ਹੇ ਪਰਮਾਤਮਾ ਤੇਰੇ ਸਾਰੇ ਜੀਅ ਜੰਤ ਜਿਹੜੇ ਪੈਦਾ ਕੀਤੇ ਹੋਏ ਆ ਤੇ ਸਾਰਿਆਂ ਵਿੱਚ ਤੂੰ ਆਪ ਹੀ ਵਰਤ ਰਿਹਾ ਵਾ। ਕਹੋ ਨਾਨਕ ਹਮ ਇਹੀ ਹਵਾਲਾ, ਕਹਿੰਦੇ ਮੈਂ ਇਹੋ ਹਵਾਲਾ ਦਿੰਦਾ ਵਾਂ, ਤੇਰੀ ਗਾੜੀ ਇਹੋ ਬੇਨਤੀ ਕਰਦਾ ਵਾਂ ਇਹ ਪਰਮਾਤਮਾ। ਕਿਉਂਕਿ ਨਾਨਕ, ਗੁਰੂ ਨਾਨਕ ਸਾਹਿਬ ਦੇ ਨਾਂ ਹੇਠ ਜਿਹੜੀ ਆ ਗੁਰੂ ਸਾਹਿਬਾਂ ਨੇ ਬਾਣੀ ਲਿਖੀ ਆ। ਅੱਗੇ ਵੀ ਆਪਾਂ ਜ਼ਿਕਰ ਕਰਦੇ ਆਏ ਹਾਂ ਕਿ ਮਹੱਲਾ ਪਹਿਲਾ ਜਿਹੜਾ ਵਾ ਉਹ ਗੁਰੂ ਨਾਨਕ ਸਾਹਿਬ ਵਾਸਤੇ ਵਰਤਿਆ ਗਿਆ, ਮਹੱਲਾ ਦੂਜਾ ਜਿਹੜਾ ਵਾ ਗੁਰੂ ਅੰਗਦ ਦੇਵ ਜੀ ਦੀ ਬਾਣੀ ਆ, ਮਹੱਲਾ ਤੀਜਾ ਗੁਰੂ ਅਮਰਦਾਸ ਜੀ ਦੀ, ਇਸੇ ਤਰ੍ਹਾਂ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਦੀ, ਮਹੱਲਾ ਚੌਥਾ ਗੁਰੂ ਰਾਮਦਾਸ ਜੀ ਦੀ। ਕਹਿੰਦੇ ਕਹੋ ਨਾਨਕ ਹਮ ਇਹ ਹਵਾਲਾ, ਕਹਿੰਦੇ ਸਾਡਾ ਇਹੋ ਹਵਾਲਾ ਵਾ। ਹਵਾਲਾ ਤੋਂ ਭਾਵ ਹੁੰਦਾ ਕਿ ਆ ਜਿਹੜਾ ਦੱਸਣਾ ਸਭ ਕੁਛ। ਕਹਿੰਦੇ ਸਾਡੀ ਇਹੋ ਬੇਨਤੀ ਪਰਮਾਤਮਾ ਤੇਰੇ ਗਾੜੀ, ਰਾਗ ਸੰਤਨ ਕੇ ਪਾਸ਼ੇ, ਸੰਤਨ ਦੇ ਕੋਲ ਸਾਨੂੰ ਸੰਤਾਂ ਦੀ ਜਿਹੜੀ ਆ ਧੂੜ ਜਿਹੜੀ ਮਿਲੇ। ਸੰਤ ਕੌਣ ਆ? ਸੰਤ ਪਰਮਾਤਮਾ ਦੇ ਜਿਹੜੇ ਨਾਮ ਦਾ, ਜਿਹੜੇ ਪਰਮਾਤਮਾ ਹੀ ਆ ਸਮਝ ਲਓ ਤੁਸੀਂ, ਕਿ ਜਿਹੜੇ ਸਾਨੂੰ ਪਰਮਾਤਮਾ ਦਾ ਨਾਮ ਜਪਾਉਂਦੇ ਆ, ਜਿਹੜੇ ਸਾਨੂੰ ਇੱਕ ਪਰਮਾਤਮਾ ਨਾਲ ਜੋੜਦੇ ਆ, ਜਿਹੜੇ ਸਾਨੂੰ ਪਰਮਾਤਮਾ ਦੀ ਬੰਦਗੀ ਦੇ ਵਿੱਚ ਰੰਗਦੇ ਆ, ਜਿਹੜੇ ਪਰਮਾਤਮਾ ਦੇ ਗੁਣ ਜਿਹੜੇ ਆ ਸਾਨੂੰ ਦੱਸਦੇ ਆ, ਜਿਹੜੇ ਪਰਮਾਤਮਾ ਦੇ ਦੱਸੇ ਹੋਏ ਮਾਰਗ 'ਤੇ ਸਾਨੂੰ ਚੱਲਣ ਦੀ ਸੋਝੀ ਬਖਸ਼ਦੇ ਆ, ਜਿਹੜੇ ਖੁਦ ਪਰਮਾਤਮਾ ਦੇ ਵਿੱਚ ਰੰਗੇ ਹੋਏ ਆ, ਜਿਹੜੇ ਹਮੇਸ਼ਾ ਪਰਮਾਤਮਾ ਦੇ ਰੰਗ ਵਿੱਚ ਰੰਗੇ ਰਹਿੰਦੇ ਆ, ਜਿਹੜੇ ਇੱਕ ਪਰਮਾਤਮਾ ਨਾਲ ਜੁੜੇ ਹੋਏ ਉਹ ਸੰਤ ਆ। ਕਹਿੰਦੇ ਸਾਨੂੰ ਇਹੋ ਜਿਹੇ ਸੰਤਾਂ ਦੇ ਨਾਲ ਜੋੜ ਕੇ ਰੱਖ, ਜਿਹੜੇ ਸਾਨੂੰ ਤੇਰੇ ਗੁਣਾਂ ਦੇ ਬਾਰੇ ਦੱਸ ਕੇ ਤੇ ਤੇਰੇ ਨਾਲ ਸਾਨੂੰ ਜੋੜ ਕੇ ਰੱਖਣ, ਤੇ ਫਿਰ ਸਾਡਾ ਜੀਵਨ ਜਿਹੜਾ ਆ ਉਹ ਚੰਗਾ ਬਣ ਜੇ। ਕਿਉਂਕਿ ਸੰਤਨ ਜਿਹੜੇ ਆ
ਜਿਹੜੇ ਸੰਤ ਮਹਾਂਪੁਰਸ਼ ਜਿਹੜੇ ਆ ਉਹ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਹੁੰਦੇ ਆ ਔਰ ਉਹਦੇ ਗੁਣ ਗਾਉਂਦੇ ਆ। ਉਹ ਆਪ ਵੀ ਜਪਦੇ ਆ ਅਤੇ ਦੂਜਿਆਂ ਨੂੰ ਵੀ ਨਾਮ ਜਪਾਉਂਦੇ ਆ। ਕਹਿਣ ਤੋਂ ਭਾਵ ਉਹ ਆਪ ਵੀ ਸੰਸਾਰ ਤੋਂ ਤਰ ਜਾਂਦੇ ਆ ਅਤੇ ਨਾਲ ਆਪਣੀ ਸੰਗਤ ਨੂੰ ਵੀ ਤਾਰ ਲੈਂਦੇ ਆ। ਸੋ ਦਾਸ ਕੋਲੋਂ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਗਲਤੀਆਂ ਜਾਂ ਤਰੁੱਟੀਆਂ ਰਹਿ ਗਈਆਂ ਵਾ ਅਤੇ ਭੁੱਲਾਂ ਹੋ ਜਾਂਦੀਆਂ ਵਾ। ਕਈ ਵਾਰੀ ਇਨਸਾਨ ਜਿਹੜਾ ਵਾ ਜਦੋਂ ਸ਼ਬਦ ਅਰਥ ਕਰਦਾ ਵਾ ਉਹਦੇ ਕੋਲੋਂ ਨਾ ਚਾਹੁੰਦਿਆਂ ਹੋਇਆਂ ਵੀ ਕੋਈ ਨਾ ਕੋਈ ਇਹੋ ਜਿਹਾ ਸ਼ਬਦ ਮੂੰਹੋਂ ਨਿਕਲ ਜਾਂਦਾ ਵਾ ਜਿਹੜਾ ਕਿ ਸੰਗਤ ਜਿਹੜੀ ਆ ਪਰ ਨਜ਼ਰ ਅੰਦਾਜ਼ ਕਰਨਾ ਚਾਹੀਦਾ ਵਾ। ਅਤੇ ਜਿਹੜੇ ਚੰਗੇ ਜਿਹੜੇ ਸ਼ਬਦ ਆ ਉਹਨਾਂ ਨੂੰ ਜਿਹੜਾ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਚਾਹੀਦਾ ਵਾ। ਜਿਹੜੇ ਸ਼ਬਦ ਗਲਤੀ ਦੇ ਨਾਲ ਜਾਂ ਕਿਸੇ ਅਣਜਾਣਪੁਣੇ ਵਿੱਚ ਕੋਈ ਨਿਕਲ ਗਿਆ ਹੋਵੇ ਅਤੇ ਦਾਸ ਜਿਹੜਾ ਭੁੱਲਾਂ ਦਾ ਜਿਹੜਾ ਖਿਮਾ ਦਾ ਜਾਚਕ ਆ। ਸਾਧ ਸੰਗਤ ਜੀ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਮਾफ़ ਕਰਨ ਯੋਗ ਨੇ। ਭੁੱਲਾਂ ਜਿਹੜੀਆਂ ਗਲਤੀਆਂ ਮਾफ़ ਕਰ ਦੇਣੀਆਂ। ਅਣਜਾਣ ਬੱਚੇ ਜਾਣ ਕੇ ਜਿਹੜਾ ਭੁੱਲਾਂ ਨੂੰ ਮਾफ़ ਕਰ ਦੇਣਾ। ਕਿਉਂਕਿ ਸਾਧ ਸੰਗਤ ਜੀ ਜਦੋਂ ਆਪਾਂ ਵਿਚਾਰਾਂ ਕਰਦੇ ਹਾਂ ਨਾ ਅਤੇ ਇਨਸਾਨ ਭੁੱਲਣ ਹਾਰਿਆ। ਇਨਸਾਨ ਕਦੀ ਨਹੀਂ ਚਾਹੁੰਦਾ ਕੋਈ ਵੀ ਕਿ ਮੈਂ ਗਲਤੀ ਕਰਾਂ। ਖਾਸ ਕਰਕੇ ਜਦੋਂ ਆਪਾਂ ਗੁਰੂ ਦੀ ਸਿਫਤ ਸਲਾਹ ਕਰਦੇ ਹਾਂ, ਜਦੋਂ ਅਸੀਂ ਸ਼ਬਦਾਂ ਦੀ ਸ਼ਬਦ ਅਰਥ ਕਰਦੇ ਹਾਂ ਤਾਂ ਕੋਸ਼ਿਸ਼ ਆਪਣੀ ਇਹੋ ਹੁੰਦੀ ਆ ਕਿ ਜੋ ਸ਼ਬਦ ਆ ਜੋ ਇਹਦੇ ਵਿੱਚ ਫਰਮਾਇਆ ਗਿਆ ਉਹਦੇ ਮੁਤਾਬਕ ਹੀ ਜਿਹੜੀ ਆ ਕਥਾ ਵਿਚਾਰ ਕੀਤੀ ਜਾਵੇ। ਉਹਦੇ ਮੁਤਾਬਕ ਹੀ ਸ਼ਬਦ ਦੇ ਅਨੁਕੂਲ ਹੀ ਅਸੀਂ ਵਿਚਾਰਾਂ ਕਰੀਏ। ਪਰ ਕਈ ਵਾਰੀ ਦੁਨਿਆਵੀ ਧਾਰਨਾ ਲੈਣੀਆਂ ਪੈਂਦੀਆਂ ਵਾ ਕਿਉਂਕਿ ਸਾਨੂੰ ਦੁਨੀਆਦਾਰ ਲੋਕਾਂ ਨੂੰ ਸਮਝਾਉਣ ਵਾਸਤੇ ਦੁਨਿਆਵੀ ਧਾਰਨਾ ਜਿਹੜੀਆਂ ਉਹ ਲੈਣੀਆਂ ਪੈਂਦੀਆਂ। ਕਿਉਂਕਿ ਅੱਗੇ ਵੀ ਆਪਾਂ ਜ਼ਿਕਰ ਕੀਤਾ ਕਿ ਗੁਰੂ ਸਾਹਿਬ ਨੇ ਬਾਣੀ ਜਿਹੜੀ ਆ ਉਹ ਸਾਡੇ ਵਾਸਤੇ ਲਿਖੀ ਆ, ਲਕਾਈ ਵਾਸਤੇ ਲਿਖੀ ਆ, ਸਮਾਜ ਵਾਸਤੇ ਲਿਖੀ ਆ, ਭਲਾਈ ਵਾਸਤੇ ਲਿਖੀ ਆ, ਸਾਡੇ ਜੀਵਨ ਨੂੰ ਸਵਾਰਨ ਵਾਸਤੇ ਲਿਖੀ ਆ। ਸਾਨੂੰ ਨਿਰੰਕਾਰ ਨਾਲ, ਉਸ ਪਰਮਾਤਮਾ ਨਾਲ, ਉਸ ਕਰਤਾਰ ਨਾਲ ਜੋੜਨ ਲਈ ਲਿਖੀ ਆ। ਸਾਡੇ ਵਿੱਚ ਚੰਗੇ ਗੁਣ ਪੈਦਾ ਕਰਨ ਲਈ ਲਿਖੀ। ਸੋ ਕਹਿਣ ਤੋਂ ਭਾਵ ਇਹ ਆ ਕਿ ਵਿਚਾਰਾਂ ਕਰਦਿਆਂ ਕਈ ਵਾਰੀ ਇਨਸਾਨ ਦੇ ਕੋਲੋਂ ਕੋਈ ਨਾ ਕੋਈ ਜਿਹੀ ਗਲਤੀ ਕਿਸੇ ਵੇਲੇ ਹੋ ਸਕਦੀ ਹੈ। ਉਹਦੇ ਲਈ ਆਪਾਂ ਜਿਹੜੇ ਆ ਖਿਮਾ ਦੇ ਜਾਚਕ ਹਾਂ। ਆਪ ਸਭ ਸਾਧ ਸੰਗਤ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਮਾਫ਼ ਕਰਨ ਯੋਗ ਨੇ। ਹੋਈਆਂ ਭੁੱਲਾਂ ਦੀ ਜਿਹੜੀ ਖਿਮਾ ਅਤੇ ਸ਼ਬਦ ਨੂੰ ਇੱਕ ਵਾਰੀ ਫਿਰ ਸਰਵਣ ਕਰਦੇ ਉਸ ਤੋਂ ਬਾਅਦ ਫਤਿਹ ਦੀ ਸਾਂਝ ਬੁਲਾਵਾਂਗੇ। ਸੋਰਠ ਮਹੱਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। माधो हम ऐसे तुम ऐसा हम पापी, तुम पाप खंडनी कोठा कर दे सरहाओ। तुम सब साजे साज नवाजे, जियो पिंड दे प्राणा। निर्गुण यारी गुण नहीं कोई, तुम दान दिवो मेहरबाना। तुम करो भला हम भलो न जानै, तुम सदा सदा दयाला। तुम सुखदाई पुरख विदाते, तुम राखो अपने बाला। तुम निदान टल सुल्तान, जी जंत सब जाचे। कहो नानक हम यही हवाला, राख संतन के पाशे। सो हमेशा सानू इहो ਜਿਹੇ ਸੰਤਾਂ ਦੇ ਨਾਲ ਜੋੜ ਕੇ ਰੱਖ। ਸੋ ਗੁਰੂ ਅਰਜਨ ਦੇਵ ਜੀ ਨੇ ਕਿਹਾ ਵਾ ਕਿ ਜਿਹੜੇ ਸਾਨੂੰ ਤੇਰਾ ਨਾਮ ਜਪਾਉਂਦੇ ਆ, ਜਿਹੜੇ ਸਾਨੂੰ ਤੇਰੇ ਨਾਲ ਜੋੜਦੇ ਆ, ਜਿਹੜੇ ਸਾਨੂੰ ਪਰਮਾਤਮਾ ਨਾਲ ਜੋੜਦੇ ਆ, ਇਹੋ ਜਿਹੇ ਸੰਤਾਂ ਨਾਲ ਸਾਨੂੰ ਜੋੜ ਕੇ ਰੱਖ। ਜਿਹੜੇ ਸਾਨੂੰ ਉਸ ਨਿਰੰਕਾਰ ਨਾਲ, ਉਸ ਪਰਮਾਤਮਾ ਨਾਲ ਜੋੜਦੇ ਆ, ਜਿਹੜਾ ਸਰਬ ਸ਼ਕਤੀਮਾਨ ਹੈ, ਸਰਬ ਵਿਆਪਕ ਹੈ, ਜਿਹੜਾ ਇੱਕ ਓੰਕਾਰ ਆ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਲ, ਕਾਲ ਮੂਰਤ ਜੂਨੀ ਸੈਭੰ ਗੁਰ ਪ੍ਰਸਾਦ ਜਪ। ਜਿਹੜੇ ਸਾਨੂੰ ਇੱਕ ਪਰਮਾਤਮਾ ਨਾਲ ਜੋੜਦੇ, ਇਹੋ ਜਿਹੇ ਸੰਤਾਂ ਦੇ ਨਾਲ ਸਾਨੂੰ ਜਿਹੜਾ ਜੋੜ ਕੇ ਰੱਖ ਪਰਮਾਤਮਾ। ਜਿਹੜੇ ਸਾਨੂੰ ਤੇਰਾ ਨਾਮ ਜਪਾਉਣ, ਇਹੋ ਜਿਹੇ ਸੰਤਾਂ ਦੀ ਸਾਨੂੰ ਸੰਗਤ ਮਿਲੇ ਅਤੇ ਅਸੀਂ ਵੀ ਤਰ ਜਾਈਏ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਵਿੱਚ ਵੀ ਚੰਗੇ ਗੁਣ ਆ ਜਾਣ। ਸਾਡੀ ਜਿਹੜੀ ਥੋੜ੍ਹੀ ਮੱਤ ਆ, ਉਸ ਮੱਤ ਜਿਹੜੀ ਬਖਸ਼ ਸਾਨੂੰ,
ਕਿਉਂਕਿ ਤੂੰ ਸਰਬ ਕਲਾ ਦਾ ਗਿਆਤਾ, ਤੈਨੂੰ ਸਾਰੇ ਗਿਆਨ ਹੈ, ਹਰ ਚੀਜ਼ ਦਾ ਗਿਆਨ ਤੈਨੂੰ। ਸੋ ਬਹੁਤ ਸਾਰੀਆਂ ਜਿਹੜੀਆਂ ਸਾਧ ਸੰਗਤ ਜੀ ਵਿਚਾਰਾਂ ਕਰਦਿਆਂ ਭੁੱਲਾਂ ਹੋ ਗਈਆਂ ਵਾ, ਤਰੁੱਟੀਆਂ ਰਹਿ ਗਈਆਂ ਵਾ, ਨੁਕਸਾਨ ਤੇ ਮਾफ़ ਕਰਨਾ ਸਾਧ ਸੰਗਤ ਜੀ। ਔਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੜੀ ਹੱਥ ਜੋੜ ਕੇ ਬੇਨਤੀ ਆ ਕਿ ਹੋਈਆਂ ਗਲਤੀਆਂ ਦੀ ਜਿਹੜੀ ਮਾफ़ੀ ਦੇਣਾ। ਸੋ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਨਾਮ ਜਪਿਆ ਕਰੋ ਔਰ ਨਾਮ ਜਪਣ ਦੇ ਨਾਲ ਹੀ ਆਪਣੇ ਜੀਵਨ ਦਾ ਕਲਿਆਣ ਹੋਣਾ ਵਾ। ਗੁਰੂ ਸਾਹਿਬਾਨ ਨੇ ਸਾਨੂੰ ਨਾਮ ਜਪਣ 'ਤੇ ਜ਼ੋਰ ਦਿੱਤਾ ਵਾ ਔਰ ਚੰਗੇ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਨ ਦਾ ਜਿਹੜਾ ਜ਼ੋਰ ਦਿੱਤਾ, ਜਿਹੜੇ ਖੁਦ ਪਰਮਾਤਮਾ ਦੇ ਨਾਲ ਜੁੜੇ ਹੋਏ ਆ, ਜਿਹੜੇ ਇੱਕ ਪਰਮਾਤਮਾ ਦਾ ਸਿਮਰਨ ਕਰਦੇ ਆ ਔਰ ਇੰਨੀਆਂ ਕੁ ਵਿਚਾਰਾਂ ਜਿਹੜੀਆਂ ਪ੍ਰਵਾਨ ਕਰਨੀਆਂ, ਗੁਰੂ ਮਹਾਰਾਜ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਵਾ ਔਰ ਚੰਗੇ ਗੁਰਮੁਖ ਬਣ ਕੇ ਜਿਹੜਾ ਵਾ ਜੀਵਨ ਜਿਉਣਾ। ਆਪਾਂ ਅੰਮ੍ਰਿਤ ਬਾਟੇ ਦਾ ਜਿਹੜਾ ਪੌਲ ਚੱਕੋ ਅਤੇ ਗੁਰੂ ਵਾਲੇ ਬਣੋ, ਆਪਣਾ ਜੀਵਨ ਸਵਾਰੋ ਅਤੇ ਨਾਲ ਦੀ ਨਾਲ ਦੂਜਿਆਂ ਦੀ ਵੀ ਜਿਹੜੀ ਖੈਰੀਅਤ ਮੰਗੋ, ਭਲਾ ਮੰਗੋ ਅਤੇ ਇਸੇ ਵਿੱਚ ਹੀ ਜਿਹੜੀ ਆਪਣੀ ਭਲਾਈ ਹੈ ਸਾਰਿਆਂ ਦੀ। ਕਿਉਂਕਿ ਜੀਵਨ ਜਿਹੜਾ ਇੱਕ ਵਾਰੀ ਮਿਲਦਾ ਵਾ ਅਤੇ ਇਹਨੂੰ ਸਵਾਰਨਾ ਚਾਹੀਦਾ ਵਾ, ਗੁਰੂ ਦੇ ਲੇਖੇ ਲਾਉਣਾ ਚਾਹੀਦਾ ਵਾ। ਕਿਉਂਕਿ ਗੁਰੂ ਜਿਹੜਾ ਵਾ ਉਹ ਹਮੇਸ਼ਾ ਹੀ ਸਾਨੂੰ ਜਿਹੜਾ ਤਾਰਨ ਦੇ ਸਮਰੱਥ ਆ ਅਤੇ ਗੁਰੂ ਤੋਂ ਬਿਨਾਂ ਜਿਹੜੀ ਆ ਕੋਈ ਸਾਡੀ ਹੋਰ ਕੋਈ ਗਵਾਹੀ ਨਹੀਂ ਕਰ ਸਕਦਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ, ਆਪਣਾ ਜੀਵਨ ਸਵਾਰੋ ਅਤੇ ਇੰਨੀਆਂ ਕੁ ਜਿਹੜੀਆਂ ਬੇਨਤੀਆਂ ਪ੍ਰਵਾਨ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।